ਵਾਹਿਗੁਰੂ ਸਾਹਿਬ ਜੀਓ। ਗੁਰ ਕੇ ਚਰਨ ਜੀ ਕਾ ਨਿਸਤਾਰਾ। ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਕੋਈ ਹੋਆ ਕਰਮ ਰਤ, ਕੋਈ ਤੀਰਥ ਨਾਇਆ। ਦਾਸੀ ਹਰ ਕਾ ਨਾਮ ਧਿਆਇਆ। ਬੰਧਨ ਕਾਟਣ ਹਾਰ ਸੁਆਮੀ। ਜਨ ਨਾਨਕ ਸਿਮਰੈ ਅੰਤਰਜਾਮੀ। ਦੀਨ ਦੁਨੀਆ ਦੇ ਪਾਤਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮਹਾਨ ਮਹਾਨ ਮਿਹਰ ਹੋਈ ਹੈ ਜੋ ਦੀਨ ਦੁਨੀਆ ਦੇ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਸਰਸਬਜ਼ ਹੋਈ ਧਰਤੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਭਾਵਨਾ ਔਰ ਸ਼ਰਧਾ ਦੇ ਨਾਲ ਆਪ ਗੁਰੂ ਸੰਗਤ ਰੂਪ ਦੇ ਵਿੱਚ ਨਮਸਤਕ ਹੋਏ ਹੋ। ਅੰਮ੍ਰਿਤ ਬਾਣੀ ਆਸਾ ਕੀ ਵਾਰ ਜੀ ਦੇ ਰਸ ਪਿੰਨੇ ਕੀਰਤਨ ਔਰ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰਧਾਰਾ ਔਰ ਬਖਸ਼ਿਸ਼ ਕੀਤੇ ਹੋਏ ਲੜੀ ਦੇ ਤਹਿਤ ਅੱਜ ਦੇ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਗੌੜੀ ਰਾਗ ਦੇ ਅੰਦਰ ਸ਼ਸ਼ੋਭਤ ਨੇ। ਮੂਲ ਸ਼ਬਦ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਤਿਨਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦਾ ਜੋ ਉਪਦੇਸ਼ ਹੈ, ਪੈਗਾਮ ਹੈ, ਮੈਸੇਜ ਹੈ, ਮਨੁੱਖਤਾ ਦੀ ਝੋਲੀ ਦੇ ਵਿੱਚ ਪਾਇਆ। ਇਹਨਾਂ ਪਾਵਨ ਬਚਨਾਂ ਦੇ ਨਾਲ ਜੁੜੀਏ, ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਬਖਸ਼ੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਪਿਆਰ ਵਿੱਚ ਭੇਜੇ ਆਖੋ ਜੀ ਸਤਨਾਮ ਵਾਹਿਗੁਰੂ ਜੀ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਦੀ ਆਰੰਭਤਾ ਕਰਦੇ ਹਨ। ਗੌੜੀ ਮਹੱਲਾ ਪੰਜਵਾਂ। ਸਿਮਰ 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 ਸੁਖ ਪਾਇਆ, ਚਰਨ ਕਮਲ ਗੁਰ ਹਿਰਦੈ ਬਸਾਇਆ। ਅੱਖਰੀ ਅਰਥ ਹਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ, ਜਪ ਜਪ ਕੇ ਆਤਮਿਕ ਸੁਖ ਨੂੰ ਮਾਣਿਆ ਹੈ ਔਰ ਸਤਿਗੁਰੂ ਪਿਤਾ ਦੇ ਚਰਨ ਕਮਲ, ਮਾਲਕ ਦੇ ਚਰਨਾਂ ਦਾ ਪਿਆਰ, ਪਾਕ ਮੁਹੱਬਤਾਂ ਦੀ ਸਾਂਝ ਗੁਰੂ ਨਾਮ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਵਸ ਗਈ ਹੈ। ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਜੋ ਪੈਗਾਮ ਇਲਾਹੀ ਸੁਨੇਹਾ ਬਖਸ਼ਿਆ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਮਾਣਿਆ ਜਾਂਦਾ ਹੈ। ਅੱਜ ਹਰ ਬੰਦੇ ਦੀ ਜ਼ਿੰਦਗਾਨੀ ਦੀ ਇਹ ਦੌੜ ਹੈ ਪਿਆਰਿਓ, ਕਿਉਂਕਿ ਬੌਧਿਕ ਤੌਰ ਤੇ ਬੁੱਧ ਦੇ ਤਲ ਤੇ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਾਗਿਆ ਹੋਇਆ ਇਨਸਾਨ ਆ, ਮਨੁੱਖ ਆ। ਔਰ ਦੁਨੀਆ ਦਾ ਹਰ ਬੰਦੇ ਦੀ ਇਹ ਖੁਆਇਸ਼ ਹੈ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਮਿਲਣ, ਸੁੱਖਾਂ ਨਾਲ ਜ਼ਿੰਦਗੀ ਕਿਵੇਂ ਭਰਪੂਰ ਹੋਵੇ ਤੇ ਦੁੱਖ ਜਿਹੜੇ ਉਹ ਜ਼ਿੰਦਗੀ ਦੇ ਵਿੱਚੋਂ ਕਿਵੇਂ ਮਿਟ ਜਾਣ। ਹਰ ਬੰਦੇ ਦੀ ਸੰਸਾਰ ਦੀ ਦੌੜ ਦੀ ਮੰਜ਼ਿਲ ਇੰਨੀ ਹੋਈ ਹੈ ਕਿ ਸੁੱਖ ਮਾਣਿਆ ਜਾਏ। ਔਰ ਜ਼ਿੰਦਗੀ ਦੀ ਦੌੜ ਨੇ ਬੜੇ ਬੜੇ ਵੱਡੇ ਘਰ ਬਖਸ਼ੇ, ਮਿਹਨਤ ਦੇ ਨਾਲ ਘਰ ਬਣਾਏ, ਮਿਹਨਤ ਦੇ ਨਾਲ ਸਾਧਨ ਜੁਟਾਏ। ਬੜੀਆਂ ਕੋਸ਼ਿਸ਼ਾਂ ਆ ਵੀ ਕਿਉਂਕਿ ਸਾਡੇ ਅੰਦਰ ਖਿਆਲ ਆ ਸ਼ਾਇਦ ਵੱਡੇ ਘਰ ਹੀ ਸੁੱਖ ਦਾ ਸਾਧਨ ਆ, ਵੱਡੇ ਮਹਿਲ ਹੀ ਕੇਵਲ ਸੁੱਖ ਨਸੀਬ ਮਹਿਲਾਂ ਵਾਲਿਆਂ ਨੂੰ ਹੁੰਦੇ ਨੇ, ਹੋਰ ਕਿਸੇ ਨੂੰ ਨਹੀਂ। ਵੱਡੀਆਂ ਗੱਡੀਆਂ, ਬਹੁਤ ਬੈਲੈਂਸ, ਬੜੀ ਜਾਇਦਾਦ। ਪਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਬਾਣੀ ਰਾਹੀਂ ਜੋ ਅਕਾਲ ਪੁਰਖ ਦੇ ਘਰ ਦਾ ਸ਼ੁੱਧ ਗਿਆਨ ਬਖਸ਼ਿਆ, ਗੁਰੂ ਬਾਬਾ ਜੀ ਕਹਿੰਦੇ ਨੇ ਨਾ ਤੇ ਕੋਈ ਅੱਜ ਤੱਕ ਵੱਡੇ ਮਹਿਲਾਂ ਚੋਂ ਸੁੱਖ ਮਾਣ ਸਕਿਆ, ਨਾ ਬਹੁਤ ਧਨਵਾਨ ਦੌਲਤ ਬੈਲੈਂਸ ਵਾਲਿਆਂ ਸੁੱਖ ਮਾਣਿਆ। ਤੇ ਮਹਾਰਾਜ ਸੁੱਖ ਮਿਲੇ ਕਿੱਦਾਂ? ਹਜ਼ੂਰ ਬਾਬਾ ਜੀ ਕਹਿੰਦੇ ਨੇ ਸੁੱਖ ਨਾਹੀਂ ਬਹੁਤੇ ਧਨ ਖਾਟੇ। ਬਹੁਤ ਧਨ ਇਕੱਤਰ ਕੀਤਾ ਪਰ ਉਸ ਧਨ ਦੇ ਵਿੱਚੋਂ ਸੁੱਖ ਨਹੀਂ ਨਿਕਲਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹਰ ਬੰਦਾ ਸੁੱਖ ਹੀ ਮੰਗ ਰਿਹਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁਖੈ ਕਉ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਜਿਨ੍ਹਾਂ ਚੀਜ਼ਾਂ ਵਿੱਚੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸੁੱਖ ਮਿਲੇ, ਸਮਾਂ ਪਾ ਕੇ ਉਹ ਸੁੱਖ ਜਿਹੜਾ ਪਿਆਰਿਓ ਦੁੱਖ ਦੇ ਵਿੱਚ ਤਬਦੀਲ ਹੋ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਆ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਜਿਹਦੇ ਵਿੱਚ ਮਹਾਰਾਜ ਤੂੰ ਨਹੀਂ, ਜਿਸ ਪਦਾਰਥ ਦੇ ਵਿੱਚ ਤੇਰੀ ਯਾਦ ਨਹੀਂ, ਸੱਚ ਹੈ ਉਹ ਪਦਾਰਥ, ਉਹ ਮਿਲੀਆਂ ਹੋਈਆਂ ਚੀਜ਼ਾਂ ਦੁੱਖ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਪੜ੍ਹੀਏ ਫਿਰ ਬਚਨਾਂ ਨੂੰ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਕੈ ਨਿਰਤ ਨਾਟੇ। ਨਾਟਕ ਚੇਟਕ ਵੇਖਣੇ। ਆਮ ਬੰਦਾ ਕਹਿੰਦਾ ਚਲੋ ਬਹੁਤ ਸਮਾਂ ਹੋ ਗਿਆ ਘਰ ਵਿੱਚ ਬੈਠਿਆਂ, ਕੋਈ ਥੀਏਟਰ ਜਾਂ ਕਿਤੇ ਹੋਰ ਕੋਈ ਇੰਟਰਟੇਨਮੈਂਟ ਜ਼ਿੰਦਗੀ ਦਾ ਹੋਵੇ, ਕੁਝ ਨਾ ਕੁਝ ਵੇਖ ਕੇ ਆਈਏ। ਔਰ ਮਾਲਕ ਕਹਿੰਦੇ ਨੇ ਨਾਟਕ ਚੇਟਕ ਦੇ ਵਿੱਚੋਂ ਵੀ ਸਕੂਨ ਤੇ ਨਹੀਂ ਹੈ ਨਾ। ਕੁਝ ਘੜੀਆਂ ਬਣਾਉਟੀ ਤੌਰ ਤੇ ਮਿਲੇ ਹੋਏ ਹਾਸੇ,
ਬਣਾਉਟੀ ਤੌਰ ਤੇ ਬਣੀ ਹੋਈ ਕਹਾਣੀ ਕੁਝ ਪਲਾਂ ਲਈ ਹੋ ਸਕਦਾ ਹੈ ਜ਼ਿੰਦਗੀ ਨੂੰ ਬਦਲੇ ਜ਼ਰੂਰ, ਬੰਦੇ ਦੇ ਖਿਆਲਾਂ 'ਚ ਫਰਕ ਪਵੇ, ਪਰ ਸਦੀਵੀ ਤੌਰ ਤੇ ਸਕੂਨ ਹੋਵੇ ਇਹ ਨਹੀਂ ਹੋ ਸਕਦਾ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਕੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸੁਖ ਜਿਹੜਾ ਉਹ ਕੇਵਲ ਤੇ ਕੇਵਲ ਮਾਲਕ ਵਾਹਿਗੁਰੂ ਜੀ ਦੀ ਯਾਦ ਵਿੱਚ ਆ। ਗੁਰੂ ਦੀ ਯਾਦ ਤੋਂ ਬਿਨਾਂ ਪਿਆਰਿਓ ਆਤਮਿਕ ਸੁੱਖ ਨੂੰ ਨਾ ਕਿਸੇ ਨੇ ਅੱਜ ਤੱਕ ਮਾਣਿਆ ਤੇ ਨਾ ਹੀ ਕੋਈ ਮਾਣੇਗਾ। ਔਰ ਗੁਰੂ ਬਾਬਾ ਜੀ ਕਹਿੰਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਬੰਦਗੀ ਜਿਹੜੀ ਹੈ ਜਿੰਨਾ ਮਾਲਕ ਨੂੰ ਜਪੇਗਾ ਨਾ, ਜਿੰਨਾ ਉਹਦੇ ਕੋਲ ਬਹਿ ਕੇ ਉਹਨੂੰ ਸੁਣੇ ਉਹਨੂੰ ਜਪੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਫਿਰ ਕਹਿੰਦੇ ਆ ਇਹ ਬੰਦਗੀ ਦੀ ਦਾਤ, ਇਹ ਨਾਮ ਦਾ ਸੁੱਖ ਕੱਲਾ ਇਥੋਂ ਤੱਕ ਸੀਮਤ ਨਹੀਂ ਹੈ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਦੁਨੀਆ ਦਾ ਸੁੱਖ ਜਿਹੜਾ ਕੱਲਾ ਸੰਸਾਰੀ ਹੈ ਨਾ, ਪਦਾਰਥਾਂ ਦਾ ਸੁੱਖ ਪਿਆਰਿਓ ਸਮੇਂ ਦੇ ਨਾਲ ਤਬਦੀਲ ਹੋਏਗਾ, ਪਰ ਗੁਰੂ ਗੁਰੂ ਜਪਿਆ ਤਬਦੀਲ ਨਹੀਂ ਹੁੰਦਾ। ਇਹ ਲੋਕ ਵੀ ਸੁਹੇਲਾ ਕਰਦਾ, ਇਹ ਪਰਲੋਕ ਵੀ ਸੁਹੇਲਾ ਕਰਦਾ। ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਫਿਰ ਹਜ਼ੂਰ ਕਹਿੰਦੇ ਨੇ ਨਿਰ ਧਨ ਕਉ ਧਨ। ਨਿਰ ਧਨ ਜਿਹਦੇ ਕੋਲ ਧਨ ਨਹੀਂ ਹੈ, ਕੋਈ ਗਰੀਬ ਹੈ, ਉਹਦੇ ਲਈ ਬੰਦਗੀ ਇਵੇਂ ਹੈ ਜਿਵੇਂ ਕਿਸੇ ਗਰੀਬ ਨੂੰ ਧਨ ਦਾ ਮਿਲ ਜਾਣਾ। ਨਿਰ ਧਨ ਕਉ ਧਨ, ਅੰਧੁਲੇ ਕਉ ਟਿਕ। ਅੰਧੁਲੇ ਬੰਦੇ ਨੂੰ ਕਿਸੇ ਸੋਟੀ ਦਾ ਸਹਾਰਾ ਮਿਲ ਗਿਆ। ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਫਿਰ ਸ਼ਬਦ ਵੱਲ ਧਿਆਨ ਦੇਣਾ, ਸਿਮਰ 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 ਸੁਖ ਪਾਇਆ। ਆਤਮਿਕ ਸੁੱਖ ਜਿਹੜਾ ਆ, ਸਦੀਵੀ ਸੁੱਖ ਜਿਹੜਾ, ਉਹ ਕੇਵਲ ਤੇ ਕੇਵਲ ਮਾਲਕ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਹੈ। ਅੱਜ ਹਰ ਬੰਦੇ ਨੂੰ ਪੁੱਛ ਕੇ ਵੇਖੋਗੇ ਨਾ, ਬੰਦਾ ਪਰਿਵਾਰਕ ਪੱਖ ਤੋਂ, ਆਪਣੇ ਘਰ ਦੇ ਘਰੇਲੂ ਜਿਹੜੇ ਪੱਖ ਆ, ਉਹਨਾਂ ਕਰਕੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ। ਆਮ ਅਸੀਂ ਕਹਿੰਦੇ ਆ ਬੱਚੇ ਲੜਦੇ ਆ, ਘਰ ਦੇ ਵਿੱਚ ਕਲੇਸ਼ ਬੜਾ ਹੈ, ਇੱਕ ਦੂਜੇ ਨਾਲ ਵਿਚਾਰਾਂ ਨਹੀਂ ਰਲ ਰਹੀਆਂ। ਇੱਕ ਮਾਂ ਦੇ ਅੰਮਾ ਜਾਏ ਸਕੇ ਭੈਣ ਭਰਾ, ਸਮੇਂ ਦੇ ਨਾਲ ਕਦੋਂ ਵਖਰੇਵੇਂ 'ਚ ਚਲੇ ਗਏ, ਕਦੋਂ ਕੋਈ ਇੱਕ ਦੂਜੇ ਦਾ ਦੁਸ਼ਮਣ ਬਣ ਜਾ, ਨਹੀਂ ਪਤਾ ਲੱਗ ਰਿਹਾ। ਪਰ ਗੁਰੂ ਬਾਬਾ ਜੀ ਕਹਿੰਦੇ ਆ, ਬੰਦਗੀ ਕੱਲੇ ਮਨ ਦੇ ਸੁੱਖ ਵਾਸਤੇ ਨਹੀਂ ਹੈ, ਬੰਦਗੀ ਤੇ ਘਰਾਂ ਦੇ ਕਲੇਸ਼ ਨੂੰ ਵੀ ਮਿਟਾ ਦਿੰਦੀ ਹੈ। ਸੁਖਮਨੀ ਸਾਹਿਬ ਦਾ ਪਹਿਲਾ ਬਚਨ ਪੜੋ ਤੁਸੀਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਧਿਆਨ ਦੇਣਾ, ਇੱਥੇ ਤਨ ਦਾ ਜ਼ਿਕਰ ਆ, ਮਨ ਦਾ ਨਹੀਂ। ਤਨ ਦੇ ਜਿਹੜੇ ਕਲੇਸ਼ ਆ, ਗੁਰੂ ਦਾ ਨਾਮ ਤੇ ਉਹਨਾਂ ਕਲੇਸ਼ਾਂ, ਉਹਨਾਂ ਦੁੱਖਾਂ ਨੂੰ ਵੀ ਦੂਰ ਕਰਦਾ ਆ। ਪਰ ਫਰਜ਼ ਹੈ ਜ਼ਿੰਦਗੀ ਦਾ ਕਿ ਗੁਰੂ ਦੇ ਚਰਨਾਂ ਦੇ ਨਾਲ ਸਾਡੀ ਜ਼ਿੰਦਗੀ ਦਾ ਸਮਾਂ ਕਿਤੇ ਨਿਭਾਏ। ਕਾਮਣ ਦੇਖ ਕਾਮ ਲੋਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਬਾਕੀ ਬੰਦਾ ਸਾਰਾ ਕੁਝ ਆਪਣਾ ਮੰਨ ਕੇ ਬੈਠਾ ਹੈ, ਨਹੀਂ ਮੰਨ ਕੇ ਬੈਠਾ ਤੇ ਬੰਦਾ ਗੁਰੂ ਨੂੰ ਨਹੀਂ ਆਪਣਾ ਮੰਨ ਰਿਹਾ, ਮਾਲਕ ਨੂੰ ਨਹੀਂ ਆਪਣਾ ਮੰਨ ਰਿਹਾ। ਤੇ ਸਕੂਨ ਜਿੱਥੋਂ ਮਿਲਣਾ ਆ, ਸੱਚ ਇਹ ਹੈ, ਜਿੰਨਾ ਜਿੱਥੋਂ ਮਿਲਣਾ ਆ, ਸੱਚ ਇਹ ਹੈ, ਜਿੰਨਾ ਚਿਰ ਜੜ ਨਹੀਂ ਆ ਪਿਆਰਿਓ, ਜੜ ਤੋਂ ਬਿਨਾ ਟਹਿਣੀਆਂ ਦੀ, ਪੱਤਿਆਂ ਦੀ, ਫੁੱਲਾਂ ਦੀ, ਫਲਾਂ ਦੀ ਆਸ ਕਿੱਥੋਂ ਕੀਤੀ ਜਾ ਸਕੇਗੀ।
ਇਸ ਲਈ ਜੜ ਮਾਲਕ ਦੀ ਬੰਦਗੀ ਹੈ। ਔਰ ਮਹਾਰਾਜ ਸਾਨੂੰ ਵਾਰ-ਵਾਰ ਇਹ ਸਮਝਾਉਂਦੇ ਆ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਈ। ਮਹਾਰਾਜ ਕਹਿੰਦੇ ਬੰਦਗੀ ਚ ਸੋਖਿਆ, ਵੱਡੜੇ ਝਾਲ ਚੁਲੰਬਲੇ, ਨਾਵੜਾ ਲਿਆ ਕਿਸ। ਕਿਹਦਾ ਨਾਮ ਲਿਆ ਜਾਏ ਜ਼ਿੰਦਗੀ ਦੇ ਦੁੱਖ ਮਿਟ ਜਾਣ। ਵੱਡੜੇ ਝਾਲ ਚੁਲੰਬਲੇ, ਨਾਵੜਾ ਲਿਆ ਕਿਸ। ਨਾਉ ਲਈਏ ਪਰਮੇਸ਼ਰੇ, ਭੰਨਣ ਘੜਨ ਸਮਰੱਥ। ਸਿਮਰ 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 ਸੁਖ ਪਾਇਆ। ਕੁਝ ਬਚਨ ਹੋਰ ਅਸੀਂ ਪੜ੍ਹੀਏ। ਸੋਢੀ ਸੁਲਤਾਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ, ਯਾਦ ਹੈ ਤੁਹਾਨੂੰ। ਧਨਾਸਰੀ ਰਾਗ ਅੰਦਰ ਆਮ ਤੌਰ ਤੇ ਅਸੀਂ ਹੁਕਮਨਾਮੇ ਦੇ ਰੂਪ ਚ ਇਹਨਾਂ ਬਚਨਾਂ ਨੂੰ ਪੜ੍ਹਦੇ ਹਾਂ। ਹਜ਼ੂਰ ਬਾਬਾ ਜੀ ਕਹਿੰਦੇ ਆ ਬੰਦਗੀ ਚੋਂ ਕਿੰਨਾ ਕੁਝ ਮਿਲਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਅਕਾਲ ਪੁਰਖ ਸਭ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਸਿਮਰ 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 ਸੁਖ ਪਾਇਆ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਆ, ਹਜ਼ੂਰ ਕਹਿੰਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ। ਜਪਿਆ ਕਰ ਸਦੀਵੀ ਤੌਰ ਤੇ, ਜਪ ਮਨ ਸਤਨਾਮ ਸਦਾ ਸਤਨਾਮ। ਮਹਾਰਾਜ ਜਪਣ ਨਾਲ ਮਿਲਣਾ ਕੀ ਹੈ? ਹਲਤ ਪਲਤ ਮੁਖ ਉਜਲ ਹੋਈ ਹੈ। ਧਿਆਨ ਦੇਣਾ, ਬੰਦਗੀ ਤੋਂ ਬਿਨਾ ਮੁਖ ਵੀ ਉਜਲਾ ਨਹੀਂ ਹੋਣਾ। ਬੰਦਗੀ ਤੋਂ ਬਿਨਾ ਮੁਖ ਵੀ ਮੈਲਾ ਆ। ਗੁਰੂ ਨਾਨਕ ਸਾਹਿਬ ਧਨਾਸਰੀ ਰਾਗ ਅੰਦਰ ਕਹਿੰਦੇ ਆ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਹੀਂ ਜਾਏ। ਜਿਹੜੀ ਜ਼ਿੰਦਗੀ ਦਾਗੀ ਹੋ ਜਾਏ, ਸਮਾਂ ਪਾ ਕੇ ਦੋਸ਼ ਬਣ ਜਾਂਦਾ। ਔਰ ਜਿਹੜਾ ਮੁਖੜਾ ਹੀ ਦੋਸ਼ੀ ਹੈ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ? ਸਰੂਪ ਤੇ ਲੈ ਕੇ ਜਾਏਗਾ ਹੀ ਨਾ, ਪਰ ਦੱਸ ਤੇਰੇ ਕੋਲ ਸਰੂਪ ਕਿਹੜਾ ਹੋਏਗਾ? ਬੰਦਗੀ ਹੀ ਮੁਖ ਉਜਲਾ ਕਰਦੀ ਹੈ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਫਿਰ ਕਹਿੰਦੇ, ਜੈ ਹਰ ਸਿਮਰਨ ਭਇਆ। ਜਿੱਥੇ ਗੁਰੂ ਦੀ ਬੰਦਗੀ ਹੈ, ਸਿਮਰਨ ਹੈ, ਤਹਿ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਿਮਰ 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 ਸੁਖ ਪਾਇਆ। ਅੱਜ ਦਾ ਇਹ ਬਚਨ ਹੈ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਹੀ ਸਕੂਨ, ਜਿਹੜਾ ਸਦੀਵੀ ਸੁਖ ਆ, ਉਹ ਗੁਰੂ ਦੇ ਨਾਮ, ਗੁਰੂ ਦੀ ਬਾਣੀ ਚੋਂ ਮਾਣਿਆ ਜਾਂਦਾ। ਹੋਰ ਅਸੀਂ ਸ਼ਬਦ ਪੜ੍ਹੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਹਜ਼ੂਰ ਮਾਲਕ ਕਹਿੰਦੇ ਆ, ਅਬੇ ਨਾਸੀ ਜੀਵਨ ਕੋ ਦਾਤਾ। ਦੁਨੀਆ ਦਾ ਦਾਤਾ ਕੌਣ ਹੈ? ਜਿਹਨੇ ਕਦੇ ਬਿਨਸਣਾ ਨਹੀਂ। ਅਬੇ ਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਬੰਦਗੀ ਅੰਦਰ ਦੀ ਮੈਲ ਨੂੰ ਦੂਰ ਕਰਦੀ ਹੈ। ਕਈ ਬਚਨ ਤੁਸੀਂ ਪੜੋਗੇ ਨਾ, ਤੈਨੂੰ ਇੰਨਾ ਸਕੂਨ, ਆਨੰਦ ਪ੍ਰਤੀਤ ਹੋਏਗਾ। ਵੇਖੋ, ਬਾਹਰੀ ਤੌਰ ਤੇ ਨਾ ਭਾਂਡੇ ਧੋਣ ਵਾਸਤੇ ਸਾਧਨ ਹੋ ਰਿਹਾ, ਭਾਂਡੇ ਦੇ ਵਿੱਚ ਪਾਉਣ ਵਾਲੀ ਵਸਤੂ ਹੋ ਰਿਹਾ। ਹੁਣ ਭਾਂਡਾ ਮੈਲਾ ਹੋ ਜਾਏ, ਅਸੀਂ ਸਾਬਣ ਨਾਲ, ਪਹਿਲੀਆਂ ਚ ਸਵਾਹ ਦੇ ਨਾਲ, ਮਿੱਟੀ ਨਾਲ ਲੋਕੀ ਮਾਂਜਦੇ ਸਨ। ਜਿਹਦੇ ਨਾਲ ਮਾਂਜਿਆ ਗਿਆ ਭਾਂਡਾ, ਉਹ ਵਸਤੂ ਤੇ ਨਹੀਂ ਨਾ ਉਹਦੇ ਚ ਪੈਂਦੀ। ਵਸਤੂ ਪਾਉਣ ਵਾਲੀ, ਖਾਣ ਵਾਲੀ ਕੋਈ ਹੋਰ ਹੈ। ਪਰ ਮਹਾਰਾਜ ਕਹਿੰਦੇ, ਬੰਦਗੀ ਏਡੀ ਕਮਾਲ ਦੀ ਦਾਤ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮਨ ਦੀ ਮੈਲ ਲਾਉਣੀ ਹੈ ਤੇ ਤਾਂ ਵੀ ਗੁਰੂ ਦਾ ਸਿਮਰਨ ਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ।
ਟਿਕਣਾ ਵੀ ਉਸੇ ਦਾਤ ਨੇ ਹੈ ਤੇ ਕਮਾਲ ਹੈ ਧੋਇਆ ਵੀ ਇਸੇ ਦਾਤ ਦੇ ਨਾਲ ਜਾਣਾ। ਸਿਮਰਤ ਸਭ ਮਲ ਖੋਈ ਗੁਣ ਨਿਧਾਨ, ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਸਿਮਰ 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 ਸੁਖ ਪਾਇਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈ ਹੈ, ਬੌੜ ਦੁੱਖ ਨਾ ਹੋਈ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ, ਦੁਨੀਆ ਦਾ ਸੁੱਖ ਸਮੇਂ ਦੇ ਨਾਲ ਦੁੱਖ 'ਚ ਤਬਦੀਲ ਹੋ ਸਕਦਾ, ਪਰ ਜਿਹੜਾ ਸੁੱਖ ਗੁਰੂ ਦੇ ਚਰਨਾਂ ਵਿੱਚੋਂ ਮਿਲਦਾ ਨਾ ਪਿਆਰਿਓ, ਉਹ ਸੁੱਖ ਨੇ ਕਦੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੋਣਾ। ਇੱਥੇ ਤੇ ਸੱਚ ਇਹ ਹੈ, ਚਰਖੜੀਆਂ ਤੇ ਚੜ ਕੇ ਵੀ ਭਾਵੇਂ ਉਹ ਸੰਸਾਰ ਦਾ ਦੁੱਖ ਹੋਵੇ, ਪਰ ਚਰਖੜੀਆਂ ਤੇ ਚੜ ਕੇ ਵੀ ਉਹਨਾਂ ਦੁਨੀਆ ਨੂੰ ਸੁੱਖ ਦਾ ਸੁਨੇਹਾ ਦਿੱਤਾ। ਆਰੇ ਥੱਲੇ ਖੜੋ ਕੇ ਦੇਗਾਂ ਵਿੱਚ ਉਬਲਦਿਆਂ, ਰੂੰ ਦੀ ਬੋਰੀ ਵਿੱਚ ਬੰਨ ਕੇ ਜ਼ਿੰਦਗੀ ਨੂੰ, ਤਨ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਏ, ਪਰ ਉਹਨਾਂ ਉਸ ਦੁੱਖ ਦੇ ਵਿੱਚੋਂ ਵੀ ਸੰਸਾਰ ਨੂੰ ਸੁੱਖ ਦਾ ਸੁਨੇਹਾ ਦਿੱਤਾ। ਕਿਉਂਕਿ ਗੁਰੂ ਦੇ ਨਾਮ ਚੋਂ ਮਿਲਿਆ ਸੁੱਖ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਿਆ ਸੁਖ ਪਾਈਏ, ਬਹੁੜ ਦੁੱਖ ਨਾ ਹੋਈ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਇਸ ਤਿੰਨ ਕੀ ਧੂੜ। ਮਹਾਰਾਜ ਕਹਿੰਦੇ ਉਹਨਾਂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੈਂ ਵੀ ਮੰਗਦਾ ਆ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਨਾਮ ਟਿਕ ਜਾਂਦਾ ਆ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨੂੰ ਪੁੱਛੀਏ, ਮਹਾਰਾਜ ਤੁਸੀਂ ਅੱਜ ਕਾਇਨਾਤ ਲਈ ਇਹ ਸੁਨੇਹਾ ਦੇ ਰਹੇ ਹੋ, ਸਿਮਰ 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 ਸੁਖ ਪਾਇਆ। ਬੰਦਗੀ ਦੇ ਨਾਲ ਜੀਵਨ ਵਿੱਚ ਸੁੱਖ ਮਿਲਦਾ ਹੈ, ਪਰ ਐਸੇ ਵੀ ਦੁਨੀਆ 'ਚ ਹਨ ਜਿਨ੍ਹਾਂ ਸਿਮਰਨ ਦੇ ਨਾਲ ਸੁੱਖ ਮਾਣਿਆ ਹੋਵੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ਿੰਦਗੀ ਨੂੰ ਰੱਬੀ ਬਾਣੀ 'ਚ ਦਰਜ ਕੀਤਾ। ਹਜ਼ੂਰ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਦੇ ਦਰ ਵੱਲ ਕਦੀ ਵੇਖ ਤੇ ਸਹੀ, ਗੁਰੂ ਦੇ ਦਰ ਨੂੰ ਮੰਨਣ ਵਾਲਿਆਂ ਨੂੰ ਕੀ ਕੁਝ ਮਿਲਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹੇ ਸਿਮਰਤ ਗਨਕਾਸੀ ਉਧਰੀ। ਇੱਕ ਪਾਸੇ ਉਹ ਜ਼ਿੰਦਗੀ ਜਿਹਨੂੰ ਸਾਰੇ ਲੋਕ ਮਾੜੀ ਨਜ਼ਰ ਤੇ ਮੈਲੇ ਬੋਲਾਂ ਦੇ ਨਾਲ ਪੁਕਾਰਦੇ ਹੋਣ, ਪਰ ਬੰਦਗੀ ਵਿੱਚ ਇਹ ਤਾਕਤ ਹੈ, ਉਸ ਗਨਕਾ ਦੇ ਗੁਨਾਹਾਂ ਨੂੰ, ਪਾਪਾਂ ਨੂੰ ਗੁਰੂ ਦੇ ਨਾਮ ਨੇ ਧੋ ਕੇ ਰੱਖ ਦਿੱਤਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਕੋ, ਜਸ ਉਰਤਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਧਰੂ ਜੀ ਛੋਟੀ ਜਿਹੀ ਉਮਰ, ਬਾਪ ਦੀ ਗੋਦੀ ਵਿੱਚੋਂ ਧੱਕਾ ਮਿਲਿਆ, ਰੋਂਦਿਆਂ ਹੋਇਆਂ ਮਾਂ ਨੂੰ ਪੁੱਛਿਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਮਾਂ ਐਸਾ ਕੀ ਕਰਾਂ, ਮੈਨੂੰ ਦੁਸ਼ਮਣ ਵੀ ਮਿੱਤਰ ਪ੍ਰਤੀਤ ਹੋਣ, ਮਿਲ ਜਾਣ ਤੇ ਰਾਜ ਵੀ ਮਿਲ ਜਾਏ। ਮਾਂ ਕਮਾਈ ਵਾਲੀ ਸੀ, ਉਹ ਕਹਿੰਦੀ, ਬੇਟਾ ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਮਾਲਕ ਦੇ ਨਾਮ ਦੇ ਨਾਲ ਜੁੜ, ਬਾਪ ਦੇ ਦਰ ਦੀ ਤੇ ਗੱਦੀ ਬਹੁਤ ਛੋਟੀ ਹੈ, ਇਹਨਾਂ ਰਾਜ ਗੱਦੀਆਂ ਨੂੰ ਕੀ ਕਰਨਾ ਹੈ। ਬੰਦਗੀ ਐਸੀ ਹੈ, ਲੋਕ ਤੈਨੂੰ ਜਪਿਆ ਕਰਨਗੇ। ਅੱਜ ਗੁਰੂ ਗ੍ਰੰਥ ਸਾਹਿਬ ਚੋਂ ਪੁੱਛੋ, ਮਹਾਰਾਜ ਨਾਮ ਕਿਵੇਂ ਜਪਣਾ ਚਾਹੀਦਾ ਹੈ, ਤੇ ਅੱਗਿਓਂ ਉਦਾਹਰਨ ਮਿਲਦੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ। ਹਜ਼ੂਰ ਬਾਬਾ ਜੀ ਕਹਿੰਦੇ ਆ, ਕੱਲੀ ਇਨਸਾਨੀ ਜ਼ਿੰਦਗੀ ਦੀ ਗੱਲ ਨਹੀਂ, ਇੱਥੇ ਤੇ ਜੀਵ ਜੰਤੂ ਵੀ ਜਿਨ੍ਹਾਂ ਮਾਲਕ ਨੂੰ ਧਿਆਇਆ, ਮਾਲਕ ਤੇ ਉਹਨਾਂ ਨੂੰ ਵੀ ਬੰਧਨਾਂ ਤੋਂ ਆਜ਼ਾਦ ਕਰ ਦਿੰਦਾ। ਮਹਿਮਾ ਨਾਮ ਕਹਾਂ ਲਓ ਬਰਨੋ,
राम कहत बंधन ते टूटा, अजामल पापी जग जानै, निमख माहे निस्तारा, नानक कहत चेत चिंता मन, तै भी उतरै पारा। सिमर 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 सुख पाया। बंदगी ने जीवन नूं आत्मिक सुख दिता। और जेड़े प्यारे इस राह ते चल पे, क्योंकि जिथे बंदगी है, जिथे गुरु की याद आ, उथे गुरु सदा ही वसदा आ। और बंदगी वालियां दे बेड़े पार होए। अनेकां उदाहरणां इतिहास बंदगी वालियां दे नाल ते भरिया होया, क्योंकि गुरु ग्रंथ साहिब दी बाणी च गल ही मालक बंदगी वालियां दी कीती। सिमर 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 सुख पाया, चरण कमल गुर हृदय बसाया। बंदगी दे नाल ही गुरु पिता दे चरण, गुरु पिता दा उपदेश, गुरु पिता दे दर दीआं मुहब्बतां सांझां हिरदे दे विच सदीवी तौर ते वस जांदियां। हिरदे विच वसण तो भाव आ साडी जिहड़ी जिंदगी दे ख्याल आ, साडे जज्बात आ, साडी सोच विचार दा दायरा आ, वो मालक दी याद तो बिना फिर किसी पासे नहीं जाता। हजूर गुरु अर्जन देव महाराज कहंदे आ, चरण कमल गुर हृदय बसाया, गुर गोबिंद पार ब्रह्म पूरा। जिहदा नाम जपना, जिहदे चरनां नाल जुड़ना है, वो अकाल पुरख सतगुरु स्वरूप दाता पूरा है, वो अधूरा नहीं। ध्यान देना, दुनिया ते बड़े देवी देवते पीर पैगंबर दुनिया ते आए, उन्हां दे नावां दे नाल लफ्ज जुड़े जी। ये 12 कला है, ये 14 कला है, ये 16 कला संपूर्ण है, आम तौर पर कहा जाता है। पर जदों गुरु की गल आई ना, सच्चे पातशाह कहंदे आ साडा दाता 12, 14 जां 16 कला संपूर्ण नहीं। इथे ते डंडौत बंधन अनकबार सर्ब कला समर्थ। गुरु सारियां ही कलां विच समर्थ है। बंदगी दे विचों आत्मिक सुख ते है ही है, बंदगी विचों संसारी सुख भी कनेरा मानिया जाता। सिमर 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 सुख पाया, चरण कमल गुर हृदय बसाया, गुर गोबिंद पार ब्रह्म पूरा, तिसह आराध मेरा मन धीरा रहाओ। धन गुरु अर्जन देव महाराज कहंदे आ, वाहिगुरु परमात्मा अकाल पुरख सतगुरु संपूर्ण है। जिन्हें जिन्हें मालक नूं आराध लिया, जिन्हें जिन्हें उहदे चरनां दे नाल सांझ बनाई, उहदी जिंदगी नूं सदीवी तौर ते धीरज मिल जांदा। एक छोटा जिहा इतिहास दा बोल कह के अगे तुरीए। गुरु सहबानां नूं जदों संसारी दुनिया ने माणिया ना प्यारिओ, जदों गुरु नूं माणिया जांदा है, उहदे विच जात पात मजहबां दीआं खेडां नहीं हुंदियां। गुरु नूं जिन्हें माणिया उन्हें रूहानियत तो ही माणिया। धन गुरु गोबिंद सिंह महाराज सच्चे पातशाह दा प्रकाश हुंदा है ना, ते सच्चे पातशाह नूं मानण वाला सैयद शाह भीख, जिन्हां नूं भीखण शाह जी कहने आ, उन्हां उदण ही मान लिया जिदण गुरु साहब दा प्रकाश होया। सैयद पीर शाह भीख दे भूआ दा पुत्तर है सैयद पीर बदरुद्दीन जी, जिन्हां नूं पीर बुद्धू शाह जी आने आपां। आनंदपुर साहिब दी धरती ते पहला मिलाप होया पातशाह दे चरनां दा, और पीर बदरुद्दीन दी सांझ बन गई गुरु साहिब दे चरनां नाल। समा आया सन 1686 ईस्वी, 20 वरियां दे आ गुरु कलगीधर महाराज, जिस दिन पौंटा साहिब दी धरती ते पंघाणी दे इलाके दे विच पहला युद्ध होया। लमेरा पाकिया मैं सिर्फ गल इन्नी ही करिए, बंदगी और बंदगी दे नाल हिरदे नूं धीरज मिलिया, टिका मिलदा। जिस दिन जंग होना ना, उहदे तो ठीक एक दिन पहला
700 ਉਦਾਸੀਆਂ ਵਿੱਚੋਂ 699 ਰਾਤੋਂ ਰਾਤ ਦੌੜ ਗਏ, ਇੱਕੋ ਰਹਿ ਗਏ ਮਹੰਤ ਕਿਰਪਾਲ ਦਾਸ ਉਦਾਸੀ। ਲੁਧਿਆਣੇ ਲਾਗੇ ਪਿੰਡ ਹੈ ਉਹਨਾਂ ਦਾ ਹੇਹਰਾ, ਉੱਥੋਂ ਦੇ ਰਹਿਣ ਵਾਲੇ ਸਨ। ਔਰ 500 ਪਠਾਨ ਦਿੱਲੀ ਦੀ ਧਰਤੀ ਦੇ ਕੱਢੇ ਹੋਏ ਸੈਯਦ ਪੀਰ ਬਦਰੂਦੀਨ ਦੀ ਸਿਫਾਰਿਸ਼ ਤੇ ਮਹਾਰਾਜ ਰੱਖੇ 400 ਰਾਤ ਨੂੰ ਉਹ ਵੀ ਦੌੜ ਗਏ। ਅਗਲੇ ਦਿਨ ਦਾ ਚੜਾ ਜੰਗ ਦਾ ਬਿਗਲ ਵੱਜਣ ਵਾਲਾ ਹੈ ਔਰ ਸਿੱਖਾਂ ਦੱਸਿਆ ਮਹਾਰਾਜ ਕੋਈ ਆਪਣੇ ਕੋਲੋਂ 1100 ਬੰਦਾ ਤੇ ਰਾਤੋਂ ਰਾਤ ਦੌੜ ਗਿਆ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਅਕਾਲ ਪੁਰਖ ਭਲੀ ਕਰੇਗਾ। ਖੈਰ ਮੈਦਾਨੇ ਜੰਗ ਹੋਇਆ। ਪੀਰ ਬੁੱਧੂ ਸ਼ਾਹ ਜੀ ਨੂੰ ਪਤਾ ਲੱਗਾ ਨਾ, ਉਹ ਆਪਣੇ 4 ਪੁੱਤ, 2 ਭਰਾ, ਬਜ਼ੁਰਗ ਬਾਪੂ ਤੇ 700 ਮੁਰੀਦਾਂ ਨੂੰ ਲੈ ਕੇ ਮੈਦਾਨੇ ਜੰਗ ਸਾਹਿਬਾਂ ਨੂੰ ਸਜਰੀ ਮਦਦ ਦਿੱਤੀ ਔਰ ਮੈਦਾਨੇ ਜੰਗ ਲੜੇ। ਇਸ ਮੈਦਾਨੇ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ 2 ਪੁੱਤ ਸ਼ਹੀਦ ਹੋਏ। ਜੰਗ ਜਿੱਤਿਆ ਗਿਆ, ਸ਼ਾਮ ਪੈ ਗਈ, ਸ਼ਹੀਦਾਂ ਦਾ ਸਾਂਝ ਸੰਭਾਲ ਹੋ ਗਈ, ਜ਼ਖਮੀਆਂ ਨੂੰ ਸੰਭਾਲਿਆ ਗਿਆ ਔਰ ਮਹਾਰਾਜ ਟਿਕ ਗਏ। ਪੀਰ ਬੁੱਧੂ ਸ਼ਾਹ ਜੀ ਨਾ ਤੁਰੇ ਆ ਰਹੇ ਤੇ ਮਹਾਰਾਜ ਦੇ ਤੰਬੂ ਦੇ ਨਜ਼ਦੀਕ ਆ ਕੇ ਬਾਹਰ ਖੜੋਤੇ ਸੇਵਾਦਾਰ ਨੂੰ ਆਂਦੇ ਆ, ਗੁਰਮੁਖਾ ਪਾਤਸ਼ਾਹ ਦੇ ਦੀਦਾਰ ਕਰਨੇ ਆ। ਉਹ ਸਿੱਖ ਆਖਣ ਲੱਗਾ ਪੀਰ ਜੀ ਜੀ ਆਇਆਂ ਨੂੰ, ਪਰ ਬੇਨਤੀ ਹੈ ਮਹਾਰਾਜ ਹੁਣ ਟਿਕ ਗਏ ਆ, ਆਰਾਮ ਵਿੱਚ ਆ, ਸਵੇਰੇ ਮਿਲ ਲਿਓ, ਕੋਈ ਗੱਲ ਨਹੀਂ। ਪੀਰ ਜੀ ਕਹਿੰਦੇ ਮੈਂ ਕੋਈ ਗੱਲ ਜ਼ਰੂਰੀ ਕਰਨੀ ਸੀ, ਕੋਈ ਪਿਆਰ ਦੀ ਖੇਡ, ਕੋਈ ਪਿਆਰ ਦੀ ਸਾਂਝ ਦੀ ਗੱਲ ਹੈ ਔਰ ਇਦਾਂ ਦੇ ਬਚਨ ਸਾਰੀ ਸੰਗਤ 'ਚ ਨਹੀਂ ਹੋ ਸਕਦੇ। ਪੀਰ ਜੀ ਦੀ ਵਾਰਤਾਲਾਪ ਨੂੰ ਅੰਦਰ ਜਦੋਂ ਬਾਜਾਂ ਵਾਲੇ ਪ੍ਰੀਤਮ ਸੁਣਿਆ ਨਾ, ਮਹਾਰਾਜ ਆਪਣੇ ਸੀਸ ਦੇ ਉੱਪਰੋਂ ਦੁਮਾਲਾ ਲਾਇਆ ਹੋਇਆ ਕੇਸਾਂ ਨੂੰ ਕੰਘਾ ਕਰ ਰਹੇ ਸਨ। ਮਹਾਰਾਜ ਆਵਾਜ਼ ਦਿੱਤੀ ਪੀਰ ਜੀ ਅੰਦਰ ਆ ਜਾਓ। ਤੰਬੂ ਦਾ ਪੱਲਾ ਚੁੱਕਿਆ ਤੇ ਪੀਰ ਜੀ ਅੰਦਰ ਚਲੇ ਗਏ। ਮੱਥਾ ਟੇਕਿਆ, ਕਹਿਣ ਲੱਗੇ ਪਾਤਸ਼ਾਹ ਹੋ ਸਕਦਾ ਮੈਂ ਸਵੇਰੇ ਮੂੰਹ ਨੇਰੇ ਹੀ ਚਲਿਆ ਜਾਵਾਂ, ਬਸ ਮੇਰੀ ਹਾਜ਼ਰੀ ਮੇਰੀ ਸੇਵਾ ਆਪਣੇ ਚਰਨਾਂ 'ਚ ਪ੍ਰਵਾਨ ਕਰਿਓ। ਬਾਜਾਂ ਵਾਲੇ ਸਤਿਗੁਰੂ ਕਹਿੰਦੇ ਪੀਰ ਜੀ ਤੁਹਾਡਾ ਧੰਨਵਾਦ ਹੈ, ਸਮੇਂ ਨਾਲ ਤੁਸੀਂ ਬੜੀ ਸਾਡੀ ਮਦਦ ਕੀਤੀ ਹੈ। ਪੀਰ ਜੀ ਕਹਿਣ ਲੱਗੇ ਨਹੀਂ ਮਹਾਰਾਜ ਮਦਦ ਕਾਹਦੀ। ਪਾਤਸ਼ਾਹ ਕਹਿਣ ਲੱਗੇ ਅੱਛਾ ਇੱਕ ਹੋਰ ਗੱਲ, ਤੁਸੀਂ ਆਪਣੇ ਪੁੱਤ ਕੁਰਬਾਨ ਕਰਾ ਕੇ ਚੱਲੇ ਹੋ ਪੀਰ ਜੀ, ਕੁਝ ਮੇਰੇ ਕੋਲੋਂ ਲੈ ਜਾਓ ਮੰਗ ਕੇ। ਕਹਿਣ ਲੱਗੇ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਆ ਨਹੀਂ ਫਿਰ ਵੀ ਪੀਰ ਜੀ ਪੁੱਤ ਕੌਣ ਦਿੰਦਾ ਹੈ, ਤੁਸੀਂ ਤੇ ਆਪਣੇ ਪੁੱਤ ਕੁਰਬਾਨ ਕਰਾ ਲਏ ਸਿੱਖ ਪੰਥ ਲਈ, ਕੌਮ ਲਈ। ਔਰ ਕਮਾਲ ਦੇ ਬਚਨ ਕਹੇ ਪੀਰ ਬੁੱਧੂ ਸ਼ਾਹ ਨੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਪਹਿਲੀ ਬੇਨਤੀ ਇਹ ਹੈ ਤੁਹਾਡਾ ਤੇ ਮੇਰਾ ਜਦੋਂ ਵੀ ਮਿਲਾਪ ਹੋਵੇ, ਪੁੱਤ ਮੇਰੇ ਭੇਟ ਸਨ ਔਰ ਮਹਾਰਾਜ ਭੇਟਾ ਦਾ ਕਦੇ ਜ਼ਿਕਰ ਨਹੀਂ ਕਰੀਦਾ। ਮੈਂ ਜਦੋਂ ਵੀ ਮਿਲਾਂ ਤੁਹਾਨੂੰ ਕਦੀ ਮੇਰੇ ਪੁੱਤਰਾਂ ਦਾ ਜ਼ਿਕਰ ਨਾ ਕਰਿਓ, ਇਹ ਭੇਟ ਸਨ ਤੁਹਾਡੀ ਤੇ ਤੁਹਾਡੇ ਅੱਗੇ ਭੇਟ ਕਰ ਦਿੱਤੇ ਆ, ਬਾਕੀ ਬਖਸ਼ਣ ਤੇ ਆਏ ਹੋ ਨਾ। ਆ ਜਿਹੜਾ ਕੰਘਾ ਆਪਣੇ ਕੇਸਾਂ ਦੇ ਵਿੱਚ ਕਰ ਰਹੇ ਹੋ, ਸਮੇਤ ਕੇਸਾਂ ਦੇ ਕੰਘਾ ਮੇਰੀ ਝੋਲੀ ਪਾ ਦਿਓ। ਹਜ਼ੂਰ ਨੇ ਦੁਮਾਲੇ ਥੱਲੇ ਬੰਨਣ ਵਾਲੀ ਇੱਕ ਛੋਟੀ ਕੇਸਕੀ ਔਰ ਕੇਸਾਂ ਸਮੇਤ ਕੰਘਾ ਪੀਰ ਜੀ ਦੀ ਝੋਲੀ ਪਾ ਕੇ ਪੁੱਛਿਆ ਪੀਰ ਜੀ ਕੇਸਾਂ ਸਮੇਤ ਕੰਘਾ ਹੀ ਕਿਉਂ। ਕਹਿਣ ਲੱਗੇ ਮਹਾਰਾਜ ਪੁੱਤਰ ਜਿਹੜੇ ਹੈ, ਔਲਾਦ ਜਿਹੜੀ ਹੈ, ਇਹ ਤੇ ਨਿਸ਼ਾਨੀ ਹੈ ਤੇ ਨਿਸ਼ਾਨੀਆਂ ਸਮਾਂ ਪਾ ਕੇ ਮਿਟ ਜਾਂਦੀਆਂ ਹੁੰਦੀਆਂ। ਕੇਸ ਗੁਰੂ ਦੀ ਬਖਸ਼ੀ ਹੋਈ ਮੋਹਰ ਹੈ ਔਰ ਲੱਗੀ ਹੋਈ ਮੋਹਰ ਮਹਾਰਾਜ ਕਦੇ ਮਿਟਦੀ ਨਹੀਂ। ਕਿਰਪਾ ਕਰਿਓ ਇਹ ਕੇਸਾਂ ਸਮੇਤ ਮੋਹਰ ਕੱਲੇ ਮੇਰੀ ਝੋਲੀ ਵਿੱਚ ਨਹੀਂ, ਰਹਿੰਦੀ ਦੁਨੀਆ ਤੱਕ ਮੇਰੀ ਅੰਸ ਬੰਸ ਵਿੱਚ ਤੇਰੀ ਮੋਹਰ ਜਿਹੜੀ ਹੈ ਵਸਦੀ ਰਹੇ। ਮਹਾਰਾਜ ਇਹ ਦਾਤ ਬਖਸ਼ੀ। ਖੈਰ ਪੀਰ ਜੀ ਘਰੇ ਚਲੇ ਗਏ। ਬਹੁਤ ਡਿਟੇਲ ਚ ਪੜਨਾ ਹੋਵੇ, ਨਸੀਰਾਂ ਬੇਗਮ ਨਾਂ ਆ ਕਿਤਾਬ ਦਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਲਿਖੀ ਹੋਈ। ਜਦੋਂ ਘਰ ਪਹੁੰਚੇ ਨਾ, ਨਸੀਰਾਂ ਬੇਗਮ ਉਹਨਾਂ ਦੀ ਪਤਨੀ ਆ, ਪੀਰ ਜੀ ਨੂੰ ਹੱਥ ਜੋੜ ਕੇ ਉਹਨੇ ਨਮਸਕਾਰ ਕੀਤੀ, ਕਹਿਣ ਲੱਗੀ ਆ ਗਏ ਹੋ। ਨਜ਼ਰ ਮਾਰੀ, 2 ਪਸੰਦ ਨਾਲ 2 ਨਹੀਂ ਆਏ। ਉਹਨੇ ਹੱਥ ਜੋੜ ਕੇ ਪੁੱਛਿਆ ਪੀਰ ਜੀ ਬਾਕੀ 2 ਪੁੱਤ ਕਿੱਥੇ ਆ।
ਪੀਰ ਜੀ ਨੇ ਗੱਲ ਨੂੰ ਟਾਲਿਆ, ਕਹਿਣ ਲੱਗੇ ਨਸੀਰਾਂ ਵੇਖ ਮੈਂ ਬਾਜਾਂ ਵਾਲੇ ਸਾਹਿਬ ਕੋਲੋਂ ਕੀ ਲੈ ਕੇ ਆਇਆ। ਉਹਨੇ ਆਖਿਆ ਪਤਾ ਹੈ ਪਾਤਸ਼ਾਹਾਂ ਦੇ ਪਾਤਸ਼ਾਹ ਕੋਲੋਂ ਆਏ ਹੋ, ਕੁਝ ਨਾ ਕੁਝ ਤੇ ਦੇ ਕੇ ਹੀ ਤੋਰਿਆ ਹੋਏਗਾ। ਆਖਿਆ ਨਹੀਂ ਵੇਖ ਤੇ ਸਹੀ। ਕਹਿਣ ਲੱਗੀ ਪਹਿਲਾਂ ਇਹ ਦੱਸੋ ਪੁੱਤ ਕਿੱਥੇ ਮੇਰੇ ਦੋਨੋਂ। ਪੀਰ ਜੀ ਨੇ ਆਪਣੇ ਪਰਨੇ ਦਾ ਪੱਲਾ ਖੋਲਿਆ, ਕੇਸਾਂ ਸਮੇਤ ਕੰਘਾ ਤੇ ਕੇਸਕੀ ਦਿਖਾ ਕੇ ਕਹਿੰਦੇ ਆ ਨਸੀਰਾਂ ਬਾਜਾਂ ਵਾਲੇ ਪ੍ਰੀਤਮ ਨਾ ਪ੍ਰੇਮ ਦੀ ਮੰਡੀ ਲਾ ਕੇ ਬੈਠੇ ਸਨ। ਮੈਂ ਪੁੱਤ ਉਹਨਾਂ ਦੇ ਚਰਨਾਂ 'ਚ ਭੇਟ ਕਰ ਆਇਆ ਤੇ ਕੇਸਾਂ ਸਮੇਤ ਕੰਘਾ ਲੈ ਆਇਆ। ਨਸੀਰਾਂ ਬੇਗਮ ਦੀਆਂ ਅੱਖਾਂ ਭਰ ਗਈਆਂ, ਹਾਏ ਮੇਰੇ ਪੁੱਤ ਚਲੇ ਗਏ, ਮੇਰੇ ਪੁੱਤ ਕੁਰਬਾਨ ਹੋ ਗਏ, ਮੇਰੇ ਪੁੱਤ ਮੇਰੇ ਤੋਂ ਵਿਛੜ ਗਏ, ਮਾਂ ਸੀ। ਔਰ ਪੀਰ ਜੀ ਨੇ ਨਾ ਉਹ ਕੰਘਾ ਕੇਸਾਂ ਸਮੇਤ ਨਸੀਰਾਂ ਬੇਗਮ ਦੇ ਮਸਤਕ ਨੂੰ ਲਾ ਕੇ ਆਖਿਆ ਬਾਜਾਂ ਵਾਲੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾ, ਤੇਰੀ ਬਖਸ਼ਿਸ਼ ਤੋਂ ਬਿਨਾ ਇਹਨੂੰ ਧੀਰਜ ਨਹੀਂ ਮਿਲ ਸਕਦਾ। ਮਿਹਰ ਕਰੋ ਇਹਦੇ ਅੰਦਰ ਨੂੰ ਟਿਕਾ ਮਿਲੇ। ਤੇ ਇਤਿਹਾਸ ਕਹਿੰਦਾ ਜੀ ਨਸੀਰਾਂ ਬੇਗਮ ਰੋਂਦਿਆਂ ਰੋਂਦਿਆਂ ਚੌਂਕੜਾ ਮਾਰ ਕੇ ਬੈਠੀ। ਕੁਝ ਸਮਾਂ ਅੱਲਾਹ ਤਾਲਾ ਖੁਦਾ ਦੀ ਯਾਦ ਵਿੱਚ ਜੁੜੀ। ਜਦੋਂ ਅੱਖਾਂ ਖੁੱਲੀਆਂ ਨਾ ਤੇ ਪੀਰ ਜੀ ਕੋਲ ਬੈਠਿਆ ਕਹਿੰਦੇ ਆ ਨਸੀਰਾਂ ਕੁਝ ਵੇਖਿਆ, ਕੁਝ ਮਹਿਸੂਸ ਹੋਇਆ। ਕਹਿਣ ਲੱਗੀ ਪੀਰ ਜੀ ਤੁਹਾਡੇ ਤੇ ਅਜੇ ਵੀ ਸ਼ਿਕਵਾ ਆ, ਮੇਰਾ ਸ਼ਿਕਾਇਤ ਹੈ ਤੁਹਾਡੇ ਤੇ। ਉਹਨਾਂ ਆਖਿਆ ਅਜੇ ਵੀ ਸ਼ਿਕਾਇਤ ਹੈ, ਕਿਹੜੀ ਗੱਲ ਦੀ? ਆਖਿਆ ਸ਼ਿਕਾਇਤ ਬਦਲ ਗਈ ਹੈ, ਪਰ ਮੈਂ ਜਦੋਂ ਜੁੜ ਕੇ ਬੈਠੀ ਆ ਨਾ, ਜਿਹੜੇ ਪੁੱਤ ਕੁਰਬਾਨ ਹੋ ਗਏ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਜੇ ਤੇ ਖੱਬੇ ਗੋਦ ਦੇ ਵਿੱਚ ਬੈਠੇ ਆ। ਔਰ ਪਹਿਲਾ ਸ਼ਿਕਵਾ ਇਹ ਸੀ ਮੇਰੇ ਪੁੱਤ ਕੁਰਬਾਨ ਕਿਉਂ ਹੋ ਗਏ। ਹੁਣ ਸ਼ਿਕਵਾ ਤੁਹਾਡੇ ਤੇ ਇਹ ਆ ਜਿਹੜੇ ਦੋ ਬਚਾ ਕੇ ਲਿਆਂਦੇ ਇਹ ਬਚਾਏ ਕਿਉਂ, ਇਹ ਵੀ ਕੁਰਬਾਨ ਕਰ ਆਉਣੇ ਸੀ। ਇਹ ਹੈ ਬੰਦਗੀ, ਔਰ ਬੰਦਗੀ ਦੇ ਵਿੱਚੋਂ ਮਿਲਿਆ ਹੋਇਆ ਧੀਰਜ। ਪਿਆਰਿਓ ਜ਼ਿੰਦਗੀ ਸਾਡੀ ਜੀਵਨ ਗਾਥਾ ਜਿਹੜੀ ਹੈ ਨਾ, ਉਹ ਅਸੀਂ ਤੁਰਦੇ ਤੇ ਜਾ ਰਹੇ ਹਾਂ। ਬਾਹਰੀ ਤੌਰ ਤੇ ਜੀਵਨ ਜਿਹੋ ਜਿਹਾ ਮਰਜ਼ੀ ਹੋਵੇ, ਪਰ ਗੁਰੂ ਦਰ ਉਹੀ ਪ੍ਰਵਾਨ ਹੈ ਜੋ ਸਾਡੇ ਅੰਦਰ ਦੀ ਖੇਡ ਆ। ਔਰ ਅੰਦਰ ਨੂੰ ਟਿਕਾ ਗੁਰੂ ਬਾਬੇ ਦੀ ਬਾਣੀ, ਗੁਰੂ ਬਾਬੇ ਦੀ ਸੇਵਾ ਔਰ ਗੁਰੂ ਮਾਲਕ ਦੇ ਚਰਨਾਂ ਵਿੱਚ ਬਹਿ ਕੇ ਨਾਮ ਸਿਮਰਨ ਤੋਂ ਬਿਨਾਂ ਟਿਕਾ ਨਹੀਂ ਹੋ ਸਕਦਾ। ਅੱਜ ਗੁਰੂ ਮਹਾਰਾਜ ਫਿਰ ਕਹਿੰਦੇ ਆ ਕਿ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਅਰਾਧ ਮੇਰਾ ਮਨ ਧੀਰਾ। ਪੂਰੇ ਗੁਰੂ ਦੇ ਚਰਨਾਂ ਨੂੰ ਜਦੋਂ ਜਪਿਆ, ਅਕਾਲ ਪੁਰਖ ਪੂਰੇ ਪਾਤਸ਼ਾਹ ਦੇ ਨਾਲ ਸਾਂਝ ਬਣੀ, ਮੇਰੇ ਅੰਦਰ ਨੂੰ ਸਦੀਵੀ ਤੌਰ ਤੇ ਧੀਰਜ ਔਰ ਟਿਕਾ ਮਿਲ ਗਿਆ। ਅਗਲੇ ਬਚਨ ਚ ਕਹਿੰਦੇ ਆ ਅਨ ਦਿਨ ਜਪੋ ਗੁਰੂ ਗੁਰ ਨਾਮ। ਅਨ ਦਿਨ ਮੈਂ ਨਾ ਹਰ ਰੋਜ਼, ਹਰ ਪਲ, ਹਰ ਘੜੀ ਅਨ ਦਿਨ ਜਪੋ ਗੁਰੂ ਗੁਰ ਨਾਮ। ਮੈਂ ਹਰ ਘੜੀ ਹਰ ਪਲ ਆਪਣੇ ਗੁਰੂ ਦੇ ਨਾਮ ਨੂੰ ਜਪਦਾ ਆ। ਔਰ ਸਾਨੂੰ ਤੇ ਸੁਨੇਹਾ ਵੀ ਮਾਲਕ ਨੇ ਇਹ ਦਿੱਤਾ ਹੈ। ਮਹਾਰਾਜ ਕਹਿੰਦੇ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਉਹ ਮਾਲਕ ਨੂੰ ਯਾਦ ਕਰਨਾ ਕੋਈ ਔਖਾ ਨਹੀਂ ਹੈ। ਬਸ ਤੇਰੇ ਧਿਆਨ ਦੀ ਗੱਲ ਹੈ, ਧਿਆਨ ਕੇਂਦਰਿਤ ਹੋਵੇ ਨਾ, ਤੇ ਆਪਣੇ ਰੋਜ਼ ਦੀ ਜ਼ਿੰਦਗੀ ਨੂੰ ਵੇਖੋ। ਸਤਿਗੁਰੂ ਕਹਿੰਦੇ ਆ ਪਹਿਲਾਂ ਆਪਣੇ ਸਰੀਰ ਦੇਹੀ ਵੱਲ ਵੇਖ। ਜਿਹੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਇਹ ਸ਼ੁਕਰਾਨਾ ਆ, ਇਹ ਯਾਦ ਆ ਉਹਦੀ, ਇਹ ਸਿਮਰਨ ਆ। ਮਹਾਰਾਜ ਤੇਰੀ ਕਿਰਪਾ ਕਰਕੇ ਤਨ ਸੁਖੀ ਹੈ। ਕਿਤੇ ਕਹਿੰਦੇ ਆ ਜਿਹੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ। ਆਪਣੇ ਕੱਲੇ ਤਨ ਨੂੰ ਵੇਖੇਗਾ ਤੇ ਮਾਲਕ ਯਾਦ ਆਏਗਾ। ਗੁਰੂ ਨੂੰ ਯਾਦ ਕਰਨਾ ਔਖਾ ਨਹੀਂ ਹੈ ਪਿਆਰਿਓ। ਸੰਸਾਰੀ ਤੌਰ ਤੇ ਜਿੱਧਰ ਨਜ਼ਰ ਮਾਰੋਗੇ, ਮਿਲੀ ਹੋਈ ਹਰ ਦਾਤ ਉਸ ਦਾਤੇ ਦੀ ਰਹਿਮਤ ਦੇ ਨਾਲ ਆ। ਬਸ ਜ਼ਿੰਦਗੀ ਭੁੱਲਦੀ ਹੈ, ਜਦੋਂ ਦਾਤ ਚੇਤੇ ਰਹਿੰਦੀ ਦਾਤਾ ਭੁੱਲ ਜਾਂਦਾ ਹੈ।
अरदास करिए। धन गुरु हरकृष्ण साहिब जी के चरणों च बैठे हैं। महाराज किरपा करियो, दात दे दातिया दाता चेता रहे, दात विच ना कदे अपने आप नूं खफा कर सकीए, दात दे विच ना भुल जाइए, दाता याद रहे। थोड़े जे बचन होर सांझे करा। हजूर महाराज कहंदे आ जिंदगी ऐसी है भी तू सौ के भी उठदा है ना, जे रजवी नींद आ रही है तो तां भी उहनूं चेते कर। दुनिया चो भी लोग है अंतर चिंता नींद ना सोवे। धन पदार्थ बड़ा कुछ है पर चिंता इन्नी है अंदर टिका कोई नहीं। पर जे रजवी नींद आ रही है तो यह शुकराना है, ये उन्होंने याद करना है, वह सिमरन आ। जेहे प्रसाद सुख सेज सोईजै, मन आठ पहर ताका जस गविज। जेहे प्रसाद शक्ति अमृत खाए। प्रसादा ते रोज छक रहे हैं, प्रसादा उहदी दात आ, दात नूं वेख के दाता चेता है। जेहे प्रसाद शक्ति अमृत खाहे, तिस ठाकुर को रख मन माहे। किते महाराज कहंदे आ कि अपनी जिंदगी वाल जदों ध्यान मारेगा ना, सरूप नूं वेखदा है ते सरूप वेख के ना शुकराना करया कर। इस सरूप दा मान ना कदे करी भी मेरा स्वरूप बड़ा सोहना ना, बल्कि जो जाने मैं जो बनवंत सो होवत बिष्टा का जम। जिहड़ा ये मान विच तुरिया पिया ना भी मैं सनखा बहुत आ, मेरे कोल रूप आ, गुरु बाबा जी कहंदे आ गंदगी दे ढेर तो वध कीमत कोई नहीं। जेहे प्रसाद तेरा सुंदर रूप, सो प्रभ सिमरो सदा अनूप। जेह प्रसाद बसै सुख मंदर, तिसै त्याए सदा मन अंदर। ये साडी रोजमर्रा दी जिंदगी है प्यारिओ। घर वेखो ते तां उहदा शुकराना, तां उहदी याद आ, प्रसादा छकण लग्गिया उहदी याद आ। महाराज ते इथों तक बचन करदे राम कली राग अंदर 913 अंग दे उत्ते बचन है। गुरु बाबा जी कहंदे इस पानी ते जिन तू करया, माटी देहरा करया, उक्त जोत लै सुरत परीखिया, मात गर्भ में जिन तू राखिया, राखण हार संहार जना सगले छोड़ विचार मन। उन्हों चेता कर माता के उदर में प्रतिपाल करे, सो क्यों मनो विसारी। एक गल ध्यान च रखना प्यारिओ, राह नूं भुल जाना गुनाह नहीं हुंदा। राह कोई भी भुल सकता है, पर अरदास करियो कदे कोई अपनी मंजिल ना भुल जाए। राह भुल जाओगे ना, किसी नूं पुछ लवांगे भी मैं इस शहर जाना जी, इहदा राह दस दिओ, लोकी दस देणगे। जिस दिन मंजिल भुल गई ना, की आखोगे किसी नूं कित्थे जाना है। साडी मंजिल मालक आ, और बंदगी वो राह आ जिहड़ा मंजिल ते लैके जांदा। इसलिए सतगुरु सानू नेहरा भी देंदे है, ए शरीरा मेरेया इस जग में आए कै क्या तुद कर्म कमाया, के कर्म कमाया तुद शरीरा जा तू, जग में आया जिन हर तेरा, रचन रचिया सो हर मन ना वसाए। जिन्हें पैदा किया किते तू उन्होंने तो नहीं भुलदा जा रहा। इसलिए सतगुरु महाराज कृपा करदे आ, फिर कहंदे आ अन दिन जपो गुरु गुर नाम, दम दम सदा संभालदा दम ना बिरथा जाए। हर पल हर घड़ी उन्होंने ध्याया कर, जपया कर, ता ते सिद्ध भए सगल कां। महाराज कहंदे मेरी लिखती जमानत आ, तेरा कोई कारज नहीं रोक सकता। साडी कोशिश है ना भी मैं बाहरी तौर ते किसी भी कारज नूं, किसी भी काम नूं आरंभा, मैं कारज विच फेल ना हो जावां। इत्थे महाराज कहंदे अन दिन जपो गुरु गुर नाम, ताते सिद्ध भए सगल काम। तेरे सारे कारज सिद्ध होणगे, क्योंकि गुरु बाबे दी आवाज है, गुर पूरा जिन सिमरिया सेई भए निहाल, नानक नाम आराधना कारज आवे रास।
दर्शन देख शीतल मन भये, जन्म जन्म के किल विख गए। गुरु दे दीदार कीतियां मन तन शीतल हो गया, ठंडा हो गया। अंदर सच्चा नेह लाया प्रीतम अपने, तन मन होए निहाल, जा गुर देखा सामने। श्री हर कृष्ण ते आई है, जिस डिठे सब दुख जाए। जिस मालक दे चरनां दे दीदार कीते ही दुख मिट जाओ। हजूर महाराज कहते हैं दर्शन देख शीतल मन भये, जन्म जन्म के किल विख गए। जन्मां जन्मां दे दुख कलेश मुक जाते आ जदों कोई गुरु नूं मान लैंदा आ। जन्म जन्म के दुख निवारै सूका, मन साधारै दर्शन भेटत होत निहाला। हर का नाम विचारै मेरा बैद गुरु गोविंदा। हर हर नाम औखद मुख देवै, काटै जम की फंदा। जन्म जन्म के किल विख गए। अखीर कहते ने कहो नानक कहां भै भाई, अपने सेवक की आप पैज रखाई। धन गुरु अर्जन देव साहब महाराज कहते आ ਜਿਹੜੇ ਭੈ ਦੀ ਲੋਕੀ ਗੱਲ ਕਰਦੇ ਆ ਨਾ, ਦੁਨੀਆ ਦੇ ਲੋਕੋ ਮੈਨੂੰ ਉਹ ਦੱਸੋ ਭੈ ਹੈ ਕਿੱਥੇ ਆ। ਭੈ ਉਹਦੇ ਵਾਸਤੇ ਆ ਪਿਆਰਿਓ ਜਿਹੜਾ ਭੈ ਵਿੱਚ ਜੀਂਦਾ ਆ। ਸਾਹਿਬ ਜੀ ਕਹਿੰਦੇ ਆ ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀ ਤਿਨ ਕਾ ਭਉ ਸਭ ਗਵਾਸ। ਜਿਹੜਾ ਜੋੜੀ ਨਿਰਭਉ ਨਾ ਜਾਏ ਉਹਦੀ ਜ਼ਿੰਦਗੀ ਚ ਭੈ ਨਹੀਂ ਹੁੰਦੇ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਜਿਤ ਸੇਵੇ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾਕਾਲ, ਬੁਰੀ ਕਿਉਂ ਕਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। जे साहिब नाल ना हारिए, ते वेहा पासा ढालीए। किछ लाहे उपर घालीए। घालना वो प्यारिओ जिहदे चों कुछ लाहा मिले। कहो नानक कहां भै भाई, वो दुनिया दे लोको दसो सही भै है किथे आ। भै सिर्फ उथे जिथे गुरु दी याद नहीं है। अपने सेवक की आप पैज रखाई, क्योंकि अपने सेवकां दी सतगुरु पैज आप रखदा है। ताती वाओ ना लगई पार ब्रह्म शरणाई, चौगिरद हमारे राम कार दुख लगे ना पाई। गुरु है ही पैज रखण वाला, हर जुग जुग भगत्यो पाया, पैज रखदा आया। राम राजे हरणाक्ष दुष्ट हर मारिया, प्रहलाद तराया। अहंकारियां निंदकां पिठ दे नाम दियो, मुख लाया जन नानक ऐसा हर सेविया, अंत लए छडाया। धन सतगुरु गुरु अर्जन देव महाराज पिता समुचे शब्द अंदर ये दात दे के नवाजदे है कि बंदगी गुरु दा सिमरन, गुरु दी याद, गुरु नाल पाईयां होईयां सांझां जिंदगी नूं सफल कर दिंदियां है। क्योंकि जेवड़ आप तेवड़ तेरी, दात जिन्ना वड्डा वो है उन्नियां वड्डियां ओदियां दातां। गुरु साहब कृपा करन, अरदास करियो गुरु चरनां विचों बंदगी दी दात साडे जीवन विच वसे। होईयां भुल्लां खिमा करनियां जी। शुकराना धन्नवाद धन धन सतगुरु श्री गुरु ग्रंथ साहिब महाराज जी दा, दिल्ली सिख गुरुद्वारा प्रबंधक कमेटी दा, अति सत्कारयोग सिंह साहिब ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।